ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਸੀਂ ਵੇਖ ਰਹੇ ਹੋ GS ਘੜਿਆਣਾ। ਅੱਜ ਗੱਲ ਕਰਦੇ ਹਾਂ ਇਜ਼ਰਾਈਲ ਤੇ ਫਲਸਤੀਨ ਦਾ ਮਸਲਾ ਕੀ ਆ, ਲੜਾਈ ਕਿਉਂ ਨਹੀਂ ਖਤਮ ਹੋ ਰਹੀ। ਜਿਵੇਂ ਤੁਸੀਂ ਜਾਣਦੇ ਹੋ ਕਿ ਹਿਟਲਰ ਨੇ ਯਹੂਦੀਆਂ ਤੇ ਬਹੁਤ ਜ਼ੁਲਮ ਕੀਤੇ। ਕਹਾਣੀ ਸ਼ੁਰੂ ਕਰਦੇ ਹਾਂ ਹਜ਼ਾਰਾਂ ਸਾਲ ਪਹਿਲਾਂ ਦੀ। ਯਹੂਦੀਆਂ ਤੇ ਹੋਏ ਅਤਿਆਚਾਰ ਹਜ਼ਾਰਾਂ ਸਾਲ ਪੁਰਾਣੇ ਆ। ਆਖਿਆ ਜਾਂਦਾ ਕਿ ਈਸਾ ਮਸੀਹ ਦਾ ਜਨਮ ਯਹੂਦੀ ਪਰਿਵਾਰ ਵਿੱਚ ਹੋਇਆ ਸੀ। ਕੁਝ ਈਸਾਈ ਲੋਕ ਮੰਨਦੇ ਆ ਕਿ ਕੁਝ ਯਹੂਦੀ ਈਸਾ ਮਸੀਹ ਨੂੰ ਕ੍ਰਿਸੀਫਾਈ ਮਤਲਬ ਸੂਲੀ ਤੇ ਚੜਾਉਣਾ ਚਾਹੁੰਦੇ ਸੀ। ਇਸ ਤਰ੍ਹਾਂ ਦੀ ਵਿਚਾਰਧਾਰਾ ਰਹਿ ਗਈ ਸੀ ਈਸਾਈਆਂ ਵਿੱਚ ਯਹੂਦੀਆਂ ਬਾਰੇ। ਫਿਰ ਜਦ ਕਰਸੇਡ ਹੋਏ ਤਾਂ ਭਾਰੀ ਗਿਣਤੀ ਵਿੱਚ ਯਹੂਦੀਆਂ ਨੂੰ ਮਾਰਿਆ ਗਿਆ ਈਸਾਈਆਂ ਵੱਲੋਂ। ਯਹੂਦੀਆਂ ਬਾਰੇ ਗਲਤ ਅਫਵਾਹਾਂ ਬਹੁਤ ਫੈਲਾਈਆਂ ਗਈਆਂ। ਇਸ ਤਰ੍ਹਾਂ ਈਸਾਈਆਂ ਵਿੱਚ ਯਹੂਦੀਆਂ ਖਿਲਾਫ ਨਫ਼ਰਤ ਵਧਦੀ ਗਈ। ਸੰਨ 1800 ਤੋਂ ਬਾਅਦ ਇਹ ਨਫ਼ਰਤ ਇੰਨੀ ਵੱਧ ਗਈ ਕਿ ਯਹੂਦੀਆਂ ਨੂੰ ਇੱਕ ਅਲੱਗ ਧਰਮ ਹੀ ਨਹੀਂ ਬਲਕਿ ਇੱਕ ਅਲੱਗ ਨਸਲ ਕਰਕੇ ਜਾਣਿਆ ਜਾਣ ਲੱਗਿਆ। 1800 ਤੋਂ ਬਾਅਦ ਪੂਰੀ ਦੁਨੀਆ ਵਿੱਚ ਵਸਦੇ ਯਹੂਦੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਦੁਨੀਆ ਦਾ ਕੋਈ ਵੀ ਦੇਸ਼ ਸਾਨੂੰ ਆਪਣਾ ਨਹੀਂ ਮੰਨਦਾ। ਇਸ ਲਈ ਸਾਡਾ ਵੀ ਯਹੂਦੀਆਂ ਦਾ ਇੱਕ ਅਲੱਗ ਯਹੂਦੀ ਦੇਸ਼ ਹੋਣਾ ਚਾਹੀਦਾ ਜਿੱਥੇ ਅਸੀਂ ਸੁੱਖ ਸ਼ਾਂਤੀ ਨਾਲ ਰਹਿ ਸਕੀਏ। ਇਹਨਾਂ ਸਭ ਕਾਰਨਾਂ ਕਰਕੇ 1801 ਵਿੱਚ ਪਹਿਲੀ ਮੂਵਮੈਂਟ ਵੇਖਣ ਨੂੰ ਮਿਲੀ ਫਲਸਤੀਨ ਦੇ ਏਰੀਏ ਵਿੱਚ। ਯਹੂਦੀ ਲੋਕ ਫਲਸਤੀਨ ਵਿੱਚ ਸੈਟਲਮੈਂਟ ਹੁੰਦੇ ਰਹੇ। ਯਹੂਦੀ ਲੋਕਾਂ ਨੇ ਫਲਸਤੀਨ ਹੀ ਕਿਉਂ ਚੁਣਿਆ? ਫਲਸਤੀਨ ਦੀ ਰਾਜਧਾਨੀ ਯਰੂਸ਼ਲਮ ਯਹੂਦੀਆਂ ਵਾਸਤੇ ਇੱਕ ਬਹੁਤ ਪਵਿੱਤਰ ਸਥਾਨ ਆ। ਉਸ ਟਾਈਮ ਤੱਕ ਨਾ ਕੋਈ ਇਜ਼ਰਾਈਲ ਸੀ, ਨਾ ਗਾਜ਼ਾ ਤੇ ਨਾ ਵੈਸਟ ਬੈਂਕ। ਇਹ ਸਾਰਾ ਫਲਸਤੀਨ ਦਾ ਏਰੀਆ ਸੀ ਤੇ ਆਟੋਮਨ ਅੰਪਾਇਰ ਦੇ ਅੰਡਰ ਸੀ। ਆਟੋਮਨ ਅੰਪਾਇਰ ਵਿੱਚ ਯਹੂਦੀ, ਮੁਸਲਿਮ ਤੇ ਈਸਾਈ ਲੋਕ ਮਿਲ ਜੁਲ ਕੇ ਸ਼ਾਂਤੀ ਨਾਲ ਰਹਿੰਦੇ ਸੀ ਕਿਉਂਕਿ ਫਲਸਤੀਨ ਦਾ ਏਰੀਆ ਬਹੁਤ ਜ਼ਿਆਦਾ ਖਾਲੀ ਪਿਆ ਸੀ ਤੇ ਆਬਾਦੀ ਬਹੁਤ ਘੱਟ ਸੀ। ਤੇ ਹੁਣ ਸਿੱਧਾ ਚੱਲਦਿਆਂ 1915 ਵਿੱਚ ਪਹਿਲੀ ਵਰਲਡ ਵਾਰ ਹੋ ਰਹੀ ਸੀ। ਫ੍ਰੈਂਚ, ਬ੍ਰਿਟਿਸ਼, ਅਰਬ ਰੈਵੋਲੂਸ਼ਨਰੀ ਆਟੋਮਨ ਅੰਪਾਇਰ ਦੇ ਖਿਲਾਫ ਲੜ ਰਹੇ ਸੀ। ਆਟੋਮਨ ਅੰਪਾਇਰ ਕੀ ਆ, ਇਸ ਬਾਰੇ ਆਪਾਂ ਕਿਸੇ ਹੋਰ ਵੀਡੀਓ ਵਿੱਚ ਗੱਲ ਕਰਦੇ ਆ। ਇੱਥੇ ਬ੍ਰਿਟਿਸ਼ ਇੱਕ ਚਲਾਕੀ ਕਰਦੇ ਆ। ਉਹ ਅਰਬ ਰੈਵੋਲੂਸ਼ਨਰੀ ਨੂੰ ਆਖਦੇ ਆ ਕਿ ਤੁਸੀਂ ਸਾਡੀ ਮਦਦ ਕਰੋ ਆਟੋਮਨ ਅੰਪਾਇਰ ਨੂੰ ਹਰਾਉਣ ਵਿੱਚ, ਅਸੀਂ ਤੁਹਾਨੂੰ ਫਲਸਤੀਨ ਦਾ ਏਰੀਆ ਦੇ ਦੇਵਾਂਗੇ। ਇੱਥੇ ਅਰਬ ਲੜ ਰਿਹਾ ਸੀ ਇੱਕ ਅਰਬ ਯੂਨੀਫਾਈਡ ਦੇਸ਼ ਬਣਾਉਣ ਲਈ। ਉਹ ਚਾਹੁੰਦੇ ਸੀ ਕਿ ਸੀਰੀਆ ਤੋਂ ਲੈ ਕੇ ਯਮਨ ਤੱਕ ਇੱਕੋ ਅਰਬ ਦੇਸ਼ ਹੋਵੇ। ਬ੍ਰਿਟਿਸ਼ ਲੋਕ ਦੂਜੇ ਪਾਸੇ ਯਹੂਦੀਆਂ ਨੂੰ ਆਖਦੇ ਆ ਕਿ ਅਸੀਂ ਤੁਹਾਨੂੰ ਇੱਕ ਅਲੱਗ ਯਹੂਦੀ ਦੇਸ਼ ਬਣਾ ਕੇ ਦੇਵਾਂਗੇ ਫਲਸਤੀਨ ਦੇ ਕੋਲ। ਬ੍ਰਿਟਿਸ਼ ਲੋਕ ਅਮਰੀਕਾ ਦੇ ਯਹੂਦੀਆਂ ਨੂੰ ਇਸ ਕਰਕੇ ਇਹ ਗੱਲ ਆਖਦੇ ਆ ਤਾਂ ਕਿ ਅਮਰੀਕਾ ਦੀ ਰਾਜਨੀਤੀ ਤੇ ਪ੍ਰਭਾਵ ਪਾਇਆ ਜਾ ਸਕੇ। ਪਰ ਅਸਲ ਸੱਚਾਈ ਇਹ ਆ ਕਿ ਬ੍ਰਿਟਿਸ਼ ਤੇ ਫ੍ਰੈਂਚ ਨੇ ਇੱਕ ਸੀਕ੍ਰੀਟ ਡੀਲ ਕੀਤੀ। ਜਿਵੇਂ ਹੀ ਆਟੋਮਨ ਅੰਪਾਇਰ ਹਾਰਿਆ, ਵਰਲਡ ਵਾਰ ਖਤਮ ਹੋਈ। ਜੋ ਮਿਡਲ ਈਸਟ ਦਾ ਏਰੀਆ ਸੀ ਉਹ ਫ੍ਰੈਂਚ ਤੇ ਬ੍ਰਿਟਿਸ਼ ਨੇ ਅੱਧਾ ਅੱਧਾ ਵੰਡ ਲਿਆ। ਪੂਰੇ ਫਲਸਤੀਨ ਤੇ ਬ੍ਰਿਟਿਸ਼ ਦਾ ਰਾਜ ਹੋ ਗਿਆ। 1918 ਤੋਂ ਲੈ ਕੇ 1948 ਤੱਕ ਫਲਸਤੀਨ ਤੇ ਅੰਗਰੇਜ਼ਾਂ ਦਾ ਰਾਜ ਰਿਹਾ। ਇਸੇ ਸਮੇਂ ਜਰਮਨੀ ਵਿੱਚ ਹਿਟਲਰ ਨੂੰ ਪਾਵਰ ਮਿਲਦੀ ਹੈ ਤੇ ਹਿਟਲਰ ਵੱਲੋਂ ਯਹੂਦੀ ਲੋਕਾਂ ਨੂੰ ਗੈਸ ਚੈਂਬਰਾਂ ਵਿੱਚ ਰੱਖ ਕੇ ਮਾਰਿਆ ਜਾਂਦਾ। ਤਕਰੀਬਨ 6 ਮਿਲੀਅਨ 60 ਲੱਖ ਲੋਕਾਂ ਨੂੰ ਬਹੁਤ ਦਰਦਨਾਕ ਮੌਤ ਦਿੱਤੀ ਜਾਂਦੀ ਹੈ। ਪੂਰੇ ਹਿਟਲਰ ਕੰਟਰੋਲ ਯੂਰਪ ਵਿੱਚੋਂ ਯਹੂਦੀ ਲੋਕ ਭੱਜਦੇ ਆ ਆਪਣੀ ਜਾਨ ਬਚਾਉਣ ਲਈ ਦੂਜੇ ਦੇਸ਼ਾਂ ਵੱਲ। ਕਈ ਅਮਰੀਕਾ ਵਿੱਚ, ਕਈ ਫਲਸਤੀਨ 'ਚ ਆ ਗਏ। ਬ੍ਰਿਟਿਸ਼ ਨੇ ਪਹਿਲਾਂ ਤਾਂ ਯਹੂਦੀ ਲੋਕਾਂ ਨੂੰ ਫਲਸਤੀਨ ਵਿੱਚ ਆਉਣ ਦਿੱਤਾ ਤੇ ਬਾਅਦ ਵਿੱਚ ਰੋਕ ਲਿਆ। ਫਲਸਤੀਨ ਵਿੱਚ ਇਜ਼ਰਾਈਲੀ ਨੈਸ਼ਨਲਿਜ਼ਮ ਮੂਵਮੈਂਟ ਦੀ ਸ਼ੁਰੂਆਤ ਹੁੰਦੀ ਆ। ਇਸ ਤੋਂ ਪਹਿਲਾਂ 1940 ਵਿੱਚ ਫਲਸਤੀਨ ਨੈਸ਼ਨਲਿਜ਼ਮ ਮੂਵਮੈਂਟ ਸ਼ੁਰੂ ਹੁੰਦਾ। ਫਲਸਤੀਨ ਦੇ ਲੋਕ ਵੀ ਹੁਣ ਆਪਣੇ ਦੇਸ਼ ਦੀ ਮੰਗ ਕਰਨ ਲੱਗੇ। 1948 ਨੂੰ ਵਰਲਡ ਵਾਰ ਵੇਲੇ ਬਹੁਤ ਸਾਰੀ ਬ੍ਰਿਟਿਸ਼ ਆਰਮੀ ਮਾਰੀ ਜਾਂਦੀ ਆ ਤੇ ਫਲਸਤੀਨ ਵਿੱਚ ਵੀ ਅੰਗਰੇਜ਼ ਆਪਣੇ ਹੱਥ ਖੜੇ ਕਰ ਗਏ। ਉਹ ਯਹੂਦੀਆਂ ਨੂੰ ਕਹਿੰਦੇ ਤੁਸੀਂ ਆਪਣਾ ਮੁਲਕ ਬਣਾ ਲਓ ਤੇ ਫਲਸਤੀਨੀਆਂ ਨੂੰ ਕਹਿੰਦੇ ਤੁਸੀਂ ਆਪਣਾ ਮੁਲਕ ਬਣਾ ਲਓ। ਫਲਸਤੀਨ ਅੱਧਾ ਅੱਧਾ ਵੰਡਿਆ ਗਿਆ 14 ਮਈ 1948 ਨੂੰ। 48% ਹਿੱਸਾ ਆਇਆ ਫਲਸਤੀਨੀਆਂ ਨੂੰ ਤੇ 44% ਹਿੱਸਾ ਆਇਆ ਯਹੂਦੀਆਂ ਨੂੰ। ਯਹੂਦੀਆਂ ਨੇ ਆਪਣਾ ਮੁਲਕ ਬਣਾ ਲਿਆ ਇਜ਼ਰਾਈਲ ਤੇ ਬਾਕੀ ਬਚਦਾ 8% ਹਿੱਸਾ ਜਿਹੜੀ ਫਲਸਤੀਨ ਦੀ ਰਾਜਧਾਨੀ ਸੀ ਯਰੂਸ਼ਲਮ, ਉਹਦੇ ਤੇ ਕੰਟਰੋਲ ਰਹਿੰਦਾ UN ਦਾ। ਇਹ ਬ੍ਰਿਟਿਸ਼ ਵੱਲੋਂ ਬਣਾਈ ਗਈ ਇੱਕ ਬੇਕਾਰ ਸੰਸਥਾ ਜਿੱਥੋਂ ਅੱਜ ਤੱਕ ਕੋਈ ਮਸਲਾ ਹੱਲ ਨਹੀਂ ਹੋ ਸਕਿਆ। ਸਾਰਾ ਪੰਗਾ ਇੱਥੋਂ ਹੀ ਸ਼ੁਰੂ ਹੁੰਦਾ। ਅਰਬ ਦੇ ਮੁਸਲਮਾਨ ਕਹਿੰਦੇ ਅਸੀਂ ਇਸ ਤਰ੍ਹਾਂ ਹੋਣ ਨਹੀਂ ਦੇਣਾ ਤੇ ਫਲਸਤੀਨ ਕਹਿੰਦਾ ਇਸ ਤਰ੍ਹਾਂ ਤਾਂ ਹੋ ਹੀ ਨਹੀਂ ਸਕਦਾ। 1948 ਵਿੱਚ ਇਜ਼ਰਾਈਲ ਬਣਿਆ ਤੇ ਨਾਲ ਦੀ ਨਾਲ ਜੰਗ ਸ਼ੁਰੂ ਹੋ ਗਈ। 6 ਇਸਲਾਮਿਕ ਦੇਸ਼ਾਂ ਨੇ ਮਿਲ ਕੇ ਇਜ਼ਰਾਈਲ ਤੇ ਹਮਲਾ ਕੀਤਾ ਤੇ ਇਜ਼ਰਾਈਲ ਨੇ 6 ਦੇ 6 ਦੇਸ਼ ਹਰਾ ਕੇ ਤੋੜਤੇ। ਕਾਰਨ ਸੀ ਅਰਬ ਦੇ ਮੁਸਲਮਾਨ ਲੜ ਰਹੇ ਸੀ ਜੰਗ ਜਿੱਤਣ ਲਈ ਤੇ ਯਹੂਦੀ ਲੜ ਰਹੇ ਸੀ ਆਪਣੀ ਹੋਂਦ ਬਚਾਉਣ ਲਈ। ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਹਾਰ ਗਏ, ਅਸੀਂ ਜੰਗ ਨਹੀਂ ਹਾਰਾਂਗੇ, ਪੂਰੀ ਧਰਤੀ ਹਾਰ ਜਾਵਾਂਗੇ, ਫਿਰ ਸਾਨੂੰ ਪੁੱਛਣ ਵਾਲਾ ਕੋਈ ਨਹੀਂ ਹੋਵੇਗਾ। ਯਰੂਸ਼ਲਮ 3 ਧਰਮਾਂ ਦਾ ਪਵਿੱਤਰ ਸਥਾਨ ਆ। ਈਸਾਈ ਧਰਮ ਦੇ ਈਸਾ ਮਸੀਹ ਦਾ ਜਨਮ ਯਰੂਸ਼ਲਮ ਦੇ ਬੈਥਲੀਹਮ ਵਿੱਚ ਹੋਇਆ ਸੀ।
ਯਹੂਦੀਆਂ ਦਾ ਇਹ ਮੂਲ ਸਥਾਨ ਆ। ਮੁਸਲਮਾਨਾਂ ਦੀ ਸਭ ਤੋਂ ਪਵਿੱਤਰ ਅਲ ਅਕਸਾ ਮਸਜਿਦ ਵੀ ਇੱਥੇ ਆ। 1948 ਵਿੱਚ ਯੂਐਨਓ ਨੇ ਜਾਣਬੁੱਝ ਕੇ ਇਹ ਡਰਾਮਾ ਰਚਿਆ ਤਾਂ ਕਿ ਅੱਗੇ ਜਾ ਕੇ ਲੜਾਈ ਹੋਵੇਗੀ, ਜਿਵੇਂ ਭਾਰਤ ਤੇ ਪਾਕਿਸਤਾਨ ਵਿੱਚ ਕਸ਼ਮੀਰ ਨੂੰ ਲੈ ਕੇ ਹੁੰਦੀ ਆ। 1917 ਵਿੱਚ ਪੂਰਾ ਫਲਸਤੀਨ ਸੀ ਤੇ 1948 ਵਿੱਚ ਦੋ ਹਿੱਸਿਆਂ ਵਿੱਚ ਵੰਡਿਆ ਗਿਆ। ਬ੍ਰਿਟਿਸ਼ ਨੇ ਜਾਣਬੁੱਝ ਕੇ ਇਹਨੂੰ ਇਸ ਤਰ੍ਹਾਂ ਵੰਡਿਆ, ਜਾਣਬੁੱਝ ਕੇ ਇਹ ਚਿਕਨ ਨੈਕ ਬਣਾਈ। ਇਜ਼ਰਾਈਲ ਤੇ ਹਮਲੇ ਹੁੰਦੇ ਗਏ ਤੇ ਇਹ ਫਲਸਤੀਨ ਤੇ ਹੋਰ ਕਬਜ਼ਾ ਕਰਦਾ ਗਿਆ। ਫਲਸਤੀਨ 1948 ਵਿੱਚ 48% ਸੀ ਤੇ 1967 ਵਿੱਚ ਫਲਸਤੀਨ 22% ਰਹਿ ਗਿਆ ਤੇ 2020 ਵਿੱਚ ਹੋਰ ਘਟ ਗਿਆ। ਇੱਥੇ ਹੀ ਯਰੂਸ਼ਲਮ, ਇੱਥੇ ਹੀ ਵੈਸਟ ਬੈਂਕ ਤੇ ਇਹ ਇੱਕ ਸਾਈਡ ਤੇ ਗਾਜ਼ਾ, ਇਹਨਾਂ ਨੂੰ ਮਿਲਾ ਕੇ ਬਣਦਾ ਫਲਸਤੀਨ। ਜੋ ਵੈਸਟ ਬੈਂਕ ਹੈ ਇਹਨੂੰ ਅਰਬ ਦਾ ਸਮਰਥਨ ਆ ਤੇ ਡੈਮੋਕ੍ਰੈਟਿਕ ਤਰੀਕੇ ਨਾਲ ਨਾਰਮਲ ਪ੍ਰੋਟੈਸਟ ਕਰਦੇ ਆ। ਇੱਥੇ ਪ੍ਰੋਟੈਸਟ ਵੀ ਹੁੰਦੇ ਆ ਪਰ ਜ਼ਿਆਦਾ ਮਾਰ-ਧਾੜ ਨਹੀਂ ਹੁੰਦੀ। ਦੂਜੇ ਪਾਸੇ ਗਾਜ਼ਾ ਨੂੰ ਈਰਾਨ ਦਾ ਸਮਰਥਨ ਆ। ਇੱਥੇ ਹਮਾਸ ਨਾਂ ਦੀ ਇੱਕ ਜਥੇਬੰਦੀ ਆ। ਇਜ਼ਰਾਈਲ ਦਾ ਸਮਰਥਨ ਕਰਨ ਵਾਲੇ ਦੇਸ਼ ਇਹਨੂੰ ਆਤੰਕਵਾਦੀ ਜਥੇਬੰਦੀ ਆਖਦੇ ਆ ਤੇ ਕਈ ਇਸਲਾਮਿਕ ਦੇਸ਼ ਇਹਨੂੰ ਆਪਣੇ ਦੇਸ਼ ਲਈ ਲੜਨ ਵਾਲੇ ਲੜਾਕੂ ਮੰਨਦੇ ਆ। ਹਮਾਸ ਦਾ ਮੰਨਣਾ ਕਿ ਇਜ਼ਰਾਈਲ ਫਲਸਤੀਨੀ ਲੋਕਾਂ ਤੇ ਜ਼ੁਲਮ ਕਰਦਾ। ਇਸ ਗਾਜ਼ਾ ਪੱਟੀ ਤੋਂ ਹੀ ਹਮਾਸ ਨੇ ਇਜ਼ਰਾਈਲ ਤੇ ਮਿਜ਼ਾਈਲਾਂ ਦਾਗੀਆਂ, ਪਰ ਹਮਾਸ ਕੋਲ ਇੰਨੀਆਂ ਮਿਜ਼ਾਈਲਾਂ ਆਈਆਂ ਕਿੱਥੋਂ? ਇਸ ਸਾਰੇ ਏਰੀਏ ਤੇ ਇਜ਼ਰਾਈਲ ਦਾ ਕੰਟਰੋਲ ਆ। ਮਿਸਰ ਦੇ ਨਾਲ ਇਹ ਛੋਟਾ ਜਿਹਾ ਏਰੀਆ ਜਿਹਨੂੰ ਸਿਨਾਏ ਪ੍ਰਾਇਦੀਪ ਵੀ ਆਖਿਆ ਜਾਂਦਾ, ਇਸੇ ਜਗ੍ਹਾ ਤੋਂ ਹੀ ਹਮਾਸ ਨੂੰ ਸਾਰੇ ਹਥਿਆਰ ਮਿਜ਼ਾਈਲਾਂ ਸਪਲਾਈ ਹੁੰਦੀਆਂ ਤੇ ਸਪਲਾਈ ਹੁੰਦੀਆਂ ਈਰਾਨ ਤੋਂ। ਜਦੋਂ ਕਿ ਇਜ਼ਰਾਈਲ ਕੋਲ ਆਇਰਨ ਡੋਮ ਵਰਗੇ ਆਟੋਮੈਟਿਕ ਹਥਿਆਰ ਆ ਜਿਹੜੇ ਕਿ ਦੁਸ਼ਮਣ ਵੱਲੋਂ ਛੱਡੀ ਗਈ ਕਿਸੇ ਵੀ ਮਿਜ਼ਾਈਲ ਨੂੰ ਟਰੈਕ ਕਰਕੇ ਆਟੋਮੈਟਿਕ ਐਕਟੀਵੇਟ ਹੋ ਜਾਂਦਾ ਤੇ ਦੁਸ਼ਮਣ ਦੀ ਮਿਜ਼ਾਈਲ ਨੂੰ ਖਤਮ ਕਰ ਦਿੰਦਾ। ਆਇਰਨ ਡੋਮ ਕਿੰਨੀਆਂ ਕੁ ਮਿਜ਼ਾਈਲਾਂ ਰੋਕੇਗਾ? ਹੁਣ ਇਸ ਗੱਲ ਦੀ ਦੁਸ਼ਮਣ ਨੂੰ ਵੀ ਸਮਝ ਆ ਗਈ ਕਿ ਆਇਰਨ ਡੋਮ ਦੀ ਕਿੰਨੀ ਕਪੈਸਿਟੀ ਆ। ਇਸ ਕਰਕੇ ਹਮਾਸ ਨੇ ਇੱਕੋ ਵਾਰ 250 ਤੋਂ ਲੈ ਕੇ 400 ਤੱਕ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਨੇ ਇਜ਼ਰਾਈਲ ਵਿੱਚ ਬਹੁਤ ਬੁਰੀ ਤਰ੍ਹਾਂ ਤਬਾਹੀ ਮਚਾਈ। ਇਜ਼ਰਾਈਲ ਇਸ ਦਾ ਕੀ ਜਵਾਬ ਦਿੰਦਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਕੌਣ-ਕੌਣ ਫਲਸਤੀਨ ਦੇ ਨਾਲ ਖੜਦਾ, ਭਾਰਤ ਕਿਸ ਦਾ ਸਮਰਥਨ ਕਰਦਾ, ਇਸ ਬਾਰੇ ਆਪਾਂ ਅਗਲੀ ਵੀਡੀਓ ਵਿੱਚ ਗੱਲ ਕਰਦੇ ਹਾਂ। ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਮਿਲਦੇ ਹਾਂ ਕਿਸੇ ਦੂਜੀ ਵੀਡੀਓ ਦੇ ਵਿੱਚ ਕੁਝ ਨਵਾਂ ਲੈ ਕੇ।